ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਟਰੂਡੋ ਅੱਜ ਦੇ ਸਮਾਗਮ ਦੇ ਵਿੱਚ ਪਹੁੰਚੇ ਲੇਟ। ਸਮਾਗਮ ਵਾਲੀ ਥਾਂ ਦੇ ਉੱਪਰ ਮਿਲਿਆ ਸ਼ੱਕੀ ਪੈਕੇਜ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੁਨੇਹਾ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਪੇਸ਼ ਕੀਤੇ ਵਿਚਾਰ। ਵੈਟਰਨਸ ਡੇ ਦੇ ਮੌਕੇ ਦੇ ਉੱਪਰ ਰੱਖਿਆ ਮੰਤਰੀ ਦਾ ਸੁਨੇਹਾ ਅਨੀਤਾ ਆਨੰਦ ਨੇ ਸਾਂਝੇ ਕੀਤੇ ਵਿਚਾਰ। ਵੈਟਰਨਸ ਡੇ ਦੇ ਮੌਕੇ ਦੇ ਉੱਪਰ ਓਟੂਲ ਦਾ ਸੁਨੇਹਾ ਵੈਟਰਨਸ ਨੂੰ ਕੀਤਾ ਯਾਦ। ਪੰਜਾਬੀ ਨੂੰ ਕੀਤਾ ਗਿਆ ਚਾਰਜ, ਨਸ਼ਾ ਕਰਕੇ ਚਲਾ ਰਿਹਾ ਸੀ ਗੱਡੀ। ਆਟਵਾ ਦੇ ਵਿੱਚ ਜੋ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਸਮਾਗਮ ਕਰਵਾਇਆ ਗਿਆ, ਇੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਕੁਝ ਦੇਰੀ ਦੇ ਨਾਲ ਪਹੁੰਚੇ। ਇਸ ਦਾ ਕਾਰਨ ਸੀ ਕਿ ਸਮਾਗਮ ਵਾਲੀ ਥਾਂ ਤੋਂ ਇੱਕ ਸਸਪੀਸ਼ੀਅਸ ਪੈਕੇਜ ਮਿਲਿਆ, ਜਿਸ ਦੇ ਬਾਰੇ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ। ਆਰਸੀਐਮਪੀ ਦਾ ਕਹਿਣਾ ਹੈ ਕਿ ਸਮਾਗਮ ਦੇ ਕੁਝ ਸਮੇਂ ਪਹਿਲਾਂ ਹੀ ਇਹ ਸਸਪੀਸ਼ੀਅਸ ਪੈਕੇਜ ਉਹਨਾਂ ਨੂੰ ਮਿਲਿਆ, ਜਿਸ ਦੇ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਝ ਸਮਾਂ ਰੋਕ ਦਿੱਤਾ ਗਿਆ। ਆਟਵਾ ਦੇ ਵਿੱਚ ਹੋਈ ਰਿਮੈਂਬਰੈਂਸ ਡੇ ਦੀ ਸੈਰੇਮਨੀ ਕੁਝ ਸਮੇਂ ਦੇ ਵਾਸਤੇ ਡਿਲੇ ਹੋ ਗਈ, ਕਿਉਂਕਿ ਇੱਥੇ ਇੱਕ ਸ਼ੱਕੀ ਪੈਕੇਜ ਮਿਲਿਆ, ਜਿਸ ਦੀ ਜਾਣਕਾਰੀ ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ। ਜੀ ਹਾਂ, ਆਟਵਾ ਦੇ ਵਿੱਚ ਦ ਨੈਸ਼ਨਲ ਰਿਮੈਂਬਰੈਂਸ ਡੇ ਸੈਰੇਮਨੀ ਨੂੰ ਅੱਜ ਕੁਝ ਦੇਰੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇੱਥੇ ਇੱਕ ਸ਼ੱਕੀ ਪੈਕੇਜ ਮਿਲਿਆ। ਆਰਗੇਨਾਈਜੇਸ਼ਨ ਦੇ ਸਪੋਕਸਪਰਸਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਪੈਕੇਜ ਸੈਰੇਮਨੀ ਦੇ ਕੁਝ ਮਿੰਟ ਦੇ ਪਹਿਲਾਂ ਮਿਲਿਆ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਸਿਕਿਉਰਿਟੀ ਵੱਲੋਂ ਕੁਝ ਮਿੰਟ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਨੂੰ ਰੋਕ ਦਿੱਤਾ ਗਿਆ। ਇਸ ਸੈਰੇਮਨੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਤਨੀ ਸੋਫੀ ਵੱਲੋਂ 10:45 ਦੇ ਉੱਪਰ ਪਹੁੰਚਣਾ ਸੀ, ਪਰ ਉਹ ਇੱਥੇ ਈਐਸਟੀ ਮੁਤਾਬਕ 10:55 ਦੇ ਉੱਪਰ ਪਹੁੰਚੇ। ਇਸ ਸੈਰੇਮਨੀ ਦੇ ਵਿੱਚ ਰੱਖਿਆ ਮੰਤਰੀ ਅਨੀਤਾ ਆਨੰਦ ਅਤੇ ਵੈਟਰਨਸ ਅਫੇਅਰ ਮਿਨਿਸਟਰ ਵੀ ਮੌਜੂਦ ਸਨ। ਦੱਸੀਏ ਕਿ ਪਿਛਲੇ ਸਾਲ ਇਸ ਸੈਰੇਮਨੀ ਕੋਵਿਡ-19 ਦੇ ਕਰਕੇ ਇਨ ਪਰਸਨ ਨਹੀਂ ਹੋ ਸਕੀ। ਇਸ ਨੂੰ ਵਰਚੁਅਲ ਤਰੀਕੇ ਦੇ ਨਾਲ ਮਨਾਇਆ ਗਿਆ ਸੀ, ਪਰ ਹੁਣ ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਹਾਲਾਤ ਕਾਫੀ ਸੁਧਰ ਚੁੱਕੇ ਨੇ, ਜਿਸ ਤੋਂ ਬਾਅਦ ਅੱਜ ਇਹ ਸੈਰੇਮਨੀ ਇਨ ਪਰਸਨ ਤਰੀਕੇ ਦੇ ਨਾਲ ਦੇਖਣ ਨੂੰ ਮਿਲੀ। ਇਸ ਦਿਨ ਤੋਂ ਪਹਿਲਾਂ ਗਵਰਨਰ ਜਨਰਲ ਮੈਰੀ ਵੱਲੋਂ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਵੱਲੋਂ ਅੱਜ ਦੇ ਦਿਨ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇੱਕ ਸੁਨੇਹਾ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਵੈਟਰਨਸ ਨੂੰ ਯਾਦ ਕੀਤਾ। ਅੱਜ ਕੈਨੇਡਾ ਦੇ ਵਿੱਚ ਵੈਟਰਨਸ ਡੇ ਮਨਾਇਆ ਗਿਆ, ਜਿਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਸੁਨੇਹਾ ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਸੁਨੇਹਾ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਵੱਲੋਂ ਇਸ ਦਿਹਾੜੇ ਦੇ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ तमाम ਵੈਟਰਨਸ ਨੂੰ ਯਾਦ ਕੀਤਾ ਗਿਆ। ਕੈਨੇਡਾ ਦੇ ਵਿੱਚ ਅੱਜ ਰਿਮੈਂਬਰੈਂਸ ਡੇ ਮਨਾਇਆ ਗਿਆ, ਜਿਸ ਬਾਰੇ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਟਰਨ ਡੇ ਦੇ ਮੌਕੇ ਦੇ ਉੱਪਰ ਇੱਕ ਸੰਦੇਸ਼ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਵੱਲੋਂ ਵੈਟਰਨਸ ਨੂੰ ਟ੍ਰਿਬਿਊਟ ਦਿੱਤਾ ਗਿਆ, ਜਿਨ੍ਹਾਂ ਵੱਲੋਂ ਆਪਣੀ ਬਹਾਦਰੀ ਦਿਖਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਵੈਟਰਨਸ ਦੇ ਵੱਲੋਂ ਵੈਲਿਊਜ਼ ਨੂੰ ਪ੍ਰੋਟੈਕਟ ਕੀਤਾ ਗਿਆ ਤੇ ਉਹਨਾਂ ਨੇ ਸਾਨੂੰ ਸੁਰੱਖਿਅਤ ਰੱਖਿਆ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone. Generation after generation, Canadians have served and sacrificed as members of the armed forces. And today, we honour the brave women and men in uniform who serve and defend our country now and throughout our history. We pay tribute to our veterans, to those who've been injured in the line of duty, and to all of those who've made the ultimate sacrifice for our freedom, our peace, and our democracy. We owe so much to those who bravely serve, to our veterans, to the fallen, and to the families who love and support them. They are parents, siblings, and friends. And every day, generation after generation, they have stepped up and put their lives at risk to make our country more prosperous, secure, and free. And the past year and a half has been no different. In the middle of the COVID-19 pandemic, members of the Canadian Armed Forces once again answered the call of duty, risking their safety for the good of others. Time and time again, they show us the meaning of service and sacrifice, and we know there is more to do to support them too, like ensuring that the leadership and the culture of our Canadian Armed Forces are worthy of the extraordinary women and men who choose to serve. So this November, like every one before, we will show our gratitude and respect for their courage by holding them close to our hearts in the form of a poppy. And on the 11th hour, we will honour the depths of their sacrifice with a moment of silence. For those who were lost, both today and yesterday, we will take the time to remember.
ਵੈਟਰਨਸ ਡੇ ਦੇ ਮੌਕੇ ਦੇ ਉੱਪਰ ਕੈਨੇਡਾ ਦੀ ਰੱਖਿਆ ਮੰਤਰੀ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਗਿਆ। ਅਨੀਤਾ ਆਨੰਦ ਵੱਲੋਂ ਆਪਣੇ ਵਿਚਾਰ ਇਸ ਦਿਹਾੜੇ ਦੇ ਮੌਕੇ ਦੇ ਉੱਪਰ ਪੇਸ਼ ਕੀਤੇ ਗਏ, ਜਿੱਥੇ ਉਹਨਾਂ ਵੱਲੋਂ तमाम ਬਹਾਦਰਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ। ਕੈਨੇਡਾ ਦੀ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਸੰਦੇਸ਼ ਜਾਰੀ ਕੀਤਾ ਗਿਆ। ਇਸ ਦੌਰਾਨ ਅਨੀਤਾ ਆਨੰਦ ਨੇ ਕਿਹਾ ਕਿ ਰਿਮੈਂਬਰੈਂਸ ਡੇ ਦੇ ਮੌਕੇ ਦੇ ਉੱਪਰ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ ਜਿਨ੍ਹਾਂ ਵੱਲੋਂ ਕੈਨੇਡਾ ਦੇ ਵਾਸਤੇ ਕਾਫੀ ਯੋਗਦਾਨ ਪਾਇਆ ਗਿਆ। ਅੱਜ ਦੇ ਦਿਨ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਕੈਨੇਡਾ ਵਾਸਤੇ ਸੈਕਰੀਫਾਈਸ ਕੀਤਾ। ਸਿਰਫ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਦੇ ਉੱਪਰ ਅਨੀਤਾ ਆਨੰਦ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। This day was observed as Armistice Day, and 90 years ago, on November 11th, 1931, Canadians observed the first official Remembrance Day. Today, Canadians will gather in school gyms, town squares, and at local cenotaphs to honor our fallen and those who currently serve. Students will read the words of John McCrae's poem, In Flanders Fields. Families will pin red poppies to their coats as a symbol of remembrance, and communities will pause for a moment of silence to honor those who did not make it home from war. On the 11th hour of the 11th day of the 11th month, we pay tribute to our fallen, to veterans, to current members of the Canadian Armed Forces, and to police officers from the Royal Canadian Mounted Police, and more than 30 police services serving abroad through the International Police Peacekeeping and Peace Operations Program. Over the course of the nation's history, more than 120,000 Canadians have made the ultimate sacrifice in service of our highest values: democracy, freedom, and human rights. Many more have sustained wounds, both physical and emotional, in pursuit of these ideals. The selflessness and sacrifice of our heroes demonstrate the very best of Canada. They represent who we are: a people that rallies to support those in peril, a nation that takes care of our own and of others, and a country that stands up for what is right. Over the decades, Canadians have earned a strong reputation as distinguished soldiers, sailors, and aviators in our work to defend peace and freedom. We have marked several important military anniversaries this year, including the 105th anniversaries of the Battles of the Somme and Beaumont-Hamel, and the creation of the No. 2 Construction Battalion, the first Black military unit in our country's history. It has also been 80 years since the defense of Hong Kong, 70 years since the Battle of Kapyong, 65 years since the beginning of the first large-scale United Nations peacekeeping effort in Egypt, 30 years since the end of the Gulf War, and 10 years since the combat phase of Canada's mission in Afghanistan ended. ਵੈਟਰਨਸ ਡੇ ਦੇ ਮੌਕੇ ਦੇ ਉੱਪਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਇੱਕ ਸੰਦੇਸ਼ ਆਪਣੇ ਫੇਸਬੁੱਕ ਦੇ ਉੱਪਰ ਸਾਂਝਾ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਵੈਟਰਨਸ ਨੂੰ ਯਾਦ ਕੀਤਾ ਗਿਆ ਤੇ ਜੋ ਉਹਨਾਂ ਨੇ ਕੈਨੇਡਾ ਦੇ ਵਿੱਚ ਯੋਗਦਾਨ ਪਾਇਆ ਇਸ ਦਾ ਜ਼ਿਕਰ ਕਰਦੇ ਹੋਏ ਵੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨਜ਼ਰ ਆਏ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਸੁਨੇਹਾ ਜਾਰੀ ਕੀਤਾ ਗਿਆ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਕਿਹਾ ਕਿ ਜਿਹੜੇ ਬਹਾਦਰਾਂ ਵੱਲੋਂ ਦੇਸ਼ ਵਾਸਤੇ ਆਪਣਾ ਯੋਗਦਾਨ ਪਾਇਆ ਗਿਆ, ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਨੂੰ ਰਿਸਪੈਕਟ ਦਈਏ। ਐਰੀਨੋ ਟੂਲ ਵੱਲੋਂ ਇਸ ਦੌਰਾਨ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। In Flanders Fields, the poppies grow. Today we honor the brave men and women in uniform who have served our country. Since 1919, Canadians have commemorated this day, and over a century later, we continue to pay tribute to our veterans, to those injured in the line of duty, and to those who made the ultimate sacrifice for our liberty. These Canadians represent the very best of what it means to be Canadian. So today, wear a poppy, attend your local cenotaph ceremony, take part in a moment of silence, learn more about our military history. Remember, our country's freedom came at a great cost. We have much to be thankful for as Canadians, but much to remember as well, lest we forget. ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਵਿਅਕਤੀ ਨੂੰ ਚਾਰਜ ਕੀਤਾ ਗਿਆ। ਇਸ ਨੂੰ ਇਸ ਕਰਕੇ ਚਾਰਜ ਕੀਤਾ ਗਿਆ ਕਿਉਂਕਿ ਇਸ ਵਿਅਕਤੀ ਵੱਲੋਂ ਨਸ਼ਾ ਕਰਕੇ ਗੱਡੀ ਚਲਾਈ ਜਾ ਰਹੀ ਸੀ।
ओंटारियो पुलिस ਵੱਲੋਂ जो इस मामले संबंधी जानकारी दी गई, उन्हां ਵੱਲੋਂ इस पंजाबी नौजवान की पहचान भी जनतक की गई। इस पंजाबी नौजवान का जिसनूं चार्ज किया गया नाम मनदीप समरा दस्सिया गया है। की है पूरा मामला, दसांगे तुहानूं इस खबर दे विच। ब्रैम्पटन तो एक अजिहा मामला सामने आया जिथे नशा करके गड्डी चलाउण दे संबंध दे विच एक पंजाबी नूं चार्ज किया गया। पुलिस ਵੱਲੋਂ इस दा नाम अते पहचान भी जनतक की गई है। जी हाँ, इस मामले बारे ओंटारियो पुलिस ਵੱਲੋਂ जानकारी दी गई, जिथे उन्हां ਵੱਲੋਂ जानकारी दी गई कि कैलेडन दे विच एक व्यक्ति ਵੱਲੋਂ 3 ਗੱਡੀਆਂ ਨੂੰ टक्कर मारी गई, जिस तो बाद उसनूं चार्ज किया गया। पुलिस ਵੱਲੋਂ इस दा नाम मनदीप समरा दस्सिया गया, जिस दी उम्र 40 साल के करीब है। दरअसल 10 नवंबर की शाम ਨੂੰ एक ਅਜਿਹਾ मामला सामने आया जिथे मैफील्ड रोड ਅਤੇ मैकविल ड्राइववे ਦੇ ਉੱਪਰ 3 ਗੱਡੀਆਂ ਨੂੰ टक्कर लगण ਤੋਂ ਬਾਅਦ 2 ਵਿਅਕਤੀਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਬ੍ਰੈਂਪਟਨ ਦੇ ਨਿਵਾਸੀ ਮਨਦੀਪ ਸਮਰਾ ਦੇ ਉੱਪਰ ਚਾਰਜ ਲਗਾਏ ਗਏ। ਪੁਲਿਸ ਵੱਲੋਂ ਇਸ ਦੇ ਉੱਪਰ ਨਸ਼ਾ ਕਰਕੇ ਗੱਡੀ ਚਲਾਉਣ, ਹੈਰੋਇਨ ਰੱਖਣ, ਖੁੱਲੀ ਸ਼ਰਾਬ ਰੱਖਣ ਅਤੇ ਗੈਰ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵਰਗੇ ਦੋਸ਼ ਲਗਾਏ ਗਏ। ਹੁਣ ਜਲਦ ਹੀ ਮਨਦੀਪ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ, ਜਿਸ ਦੇ ਬਾਰੇ ਓਂਟਾਰੀਓ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਟੂਰਿਜ਼ਮ ਵਿਭਾਗ ਵੱਲੋਂ ਕੈਨੇਡਾ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਹੈ, ਜੋ ਕਿ PCR ਟੈਸਟ ਦੇ ਨਾਲ ਜੁੜੀ ਹੋਈ ਹੈ। दरअसल ब्रिटिश कोलंबिया के टूरिज्म विभाग का कहना है कि PCR टेस्ट के उपर काफ़ी ज़्यादा खर्चा आता है। जेकर कोई परिवार घूमण के वास्ते वैनकूवर दे विच आउंदा है तो उसनूं जदों PCR टेस्ट करवाउणा पैंदा है तो इस दे उपर काफ़ी ज़्यादा खर्च आ जाता है, जिस तो बाद हुणे मंग की जा रही है कि सरकार नूं इस टेस्ट नूं लैके दोबारा तो विचार करना चाहिए या फिर ਜਿਹੜੇ फुली वैक्सीनेटेड कैनेडियंस ने उन्हां नूं रैपिड टेस्टिंग का ऑप्शन देना चाहिए, क्योंकि कैनेडा तो इलावा बहुत सारे अजिहे देश ने जिथे रैपिड टेस्ट नूं मंजूर किया जा रहा है। ਬ੍ਰਿਟਿਸ਼ ਕੋਲੰਬੀਆ ਦੇ ਟੂਰਿਜ਼ਮ ਸੈਕਟਰ ਦੇ ਵੱਲੋਂ ਕੈਨੇਡਾ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਟੂਰਿਜ਼ਮ ਵਿਭਾਗ ਦਾ ਕਹਿਣਾ ਹੈ ਕਿ ਜੋ ਕੈਨੇਡਾ ਵੱਲੋਂ PCR ਟੈਸਟ ਰਿਕੁਆਇਰਮੈਂਟ ਰੱਖੀ ਗਈ ਹੈ ਉਸ ਨੂੰ ਵਾਪਸ ਲਿਆ ਜਾਵੇ। ਇਹ ਮੰਗ ਫੁਲੀ ਵੈਕਸੀਨੇਟਡ ਕੈਨੇਡੀਅਨਸ ਦੇ ਵਾਸਤੇ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਉਹਨਾਂ ਵਾਸਤੇ PCR ਟੈਸਟ ਰਿਕੁਆਇਰਮੈਂਟ ਨੂੰ ਡ੍ਰੌਪ ਕੀਤਾ ਜਾਵੇ। ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦਾ ਕਹਿਣਾ ਹੈ ਕਿ ਜਦੋਂ ਇੱਕ ਪਰਿਵਾਰ ਵਾਪਸ ਕੈਨੇਡਾ ਆਉਂਦਾ ਹੈ ਤਾਂ ਉਹਨਾਂ ਨੂੰ PCR ਟੈਸਟ ਦੇ ਉੱਪਰ ਕਾਫੀ ਖਰਚਾ ਕਰਨਾ ਪੈਂਦਾ ਹੈ। ਜੇਕਰ ਪਰਿਵਾਰ ਇਹ ਟੈਸਟ ਕਰਵਾਉਂਦਾ ਹੈ ਤਾਂ ਉਹਨਾਂ ਨੂੰ $800 ਜਾਂ ਫਿਰ $1000 ਤੱਕ ਦਾ ਖਰਚਾ ਆ ਜਾਂਦਾ ਹੈ। ਕਈ ਯਾਤਰੀਆਂ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਇਹ ਗੱਲ ਚੁੱਕੀ ਜਾ ਰਹੀ ਹੈ ਕਿ PCR ਟੈਸਟ ਕਾਫੀ ਮਹਿੰਗਾ ਹੈ, ਇਸ ਕਰਕੇ ਕੈਨੇਡਾ ਸਰਕਾਰ ਨੂੰ ਫੁਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਰਾਹਤ ਦੇਣੀ ਚਾਹੀਦੀ ਹੈ। ਡੈਸਟੀਨੇਸ਼ਨ ਵੈਨਕੂਵਰ ਦਾ ਕਹਿਣਾ ਹੈ ਕਿ ਜੋ ਕੋਈ ਵੈਨਕੂਵਰ ਦੇ ਵਿੱਚ ਆਉਂਦਾ ਹੈ, ਜੇਕਰ ਉਸਨੂੰ PCR ਟੈਸਟ ਕਰਵਾਉਣਾ ਪਵੇ ਤਾਂ ਉਸਨੂੰ ਇਹ ਕਾਫੀ ਮਹਿੰਗਾ ਪੈਂਦਾ ਹੈ, ਜਿਸ ਦਾ ਮਤਲਬ ਹੈ ਕਿ ਕਿਸੇ ਵੀ ਯਾਤਰੀ ਨੂੰ ਵੈਨਕੂਵਰ ਦੇ ਵਿੱਚ ਘੁੰਮਣਾ ਆਉਣਾ ਮਹਿੰਗਾ ਪੈ ਜਾਂਦਾ ਹੈ। ਦੱਸ ਦਈਏ ਕਿ ਪਿਛਲੇ ਦਿਨੀ ਮਾਹਰਾਂ ਦੇ ਵੱਲੋਂ ਵੀ ਇਹ ਗੱਲ ਚੁੱਕੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ PCR ਟੈਸਟ ਡ੍ਰੌਪ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਸ ਸੰਬੰਧੀ ਦੁਬਾਰਾ ਤੋਂ ਵਿਚਾਰ ਕਰਨੀ ਚਾਹੀਦੀ ਹੈ। ਜਿਵੇਂ ਬਾਕੀ ਦੇਸ਼ ਇਸ ਸਮੇਂ ਰੈਪਿਡ ਟੈਸਟ ਨੂੰ ਮਾਨਤਾ ਦੇ ਰਹੇ ਨੇ, ਉਸੇ ਤਰ੍ਹਾਂ ਕੈਨੇਡਾ ਵੀ ਇਸ ਤਰ੍ਹਾਂ ਦਾ ਕਦਮ ਚੁੱਕ ਸਕਦਾ ਹੈ ਤਾਂ ਕਿ ਜਿਹੜੇ ਫੁਲੀ ਵੈਕਸੀਨੇਟਡ ਯਾਤਰੀ ਜਾਂ ਫਿਰ ਕੈਨੇਡੀਅਨਸ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਉਹ ਰੈਪਿਡ ਟੈਸਟ ਕਰਵਾ ਕੇ ਆ ਸਕਣ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪਹਿਲਾਂ ਤਾਂ ਕਾਫੀ ਸਖਤੀ ਦੇ ਨਾਲ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੌਲੀ-ਹੌਲੀ ਕੁਝ ਸ਼ਰਤਾਂ ਦੇ ਨਾਲ ਇਹਨਾਂ ਪਾਬੰਦੀਆਂ ਤੋਂ ਰਾਹਤ ਦੇ ਦਿੱਤੀ ਗਈ ਹੈ। ਹੁਣ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਯਾਤਰਾ ਖੁੱਲ ਚੁੱਕੀ ਹੈ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਜਦੋਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਤਾਂ ਉਦੋਂ ਵੀ ਉਹਨਾਂ ਨੇ ਟੈਸਟ ਰਿਕੁਆਇਰਮੈਂਟ ਰੱਖੀ, ਜੋ ਕਿ PCR ਟੈਸਟ ਦੀ ਰਿਕੁਆਇਰਮੈਂਟ ਹੈ। ਹੁਣ PCR ਟੈਸਟ ਦੇ ਉੱਪਰ ਆਉਣ ਵਾਲਾ ਖਰਚਾ ਯਾਤਰੀਆਂ ਦੀ ਜੇਬ ਦੇ ਉੱਪਰ ਹੋਰ ਵੀ ਬੋਝ ਪਾ ਦਿੰਦਾ ਹੈ, ਜਿਸ ਕਰਕੇ ਯਾਤਰੀ ਵੀ ਇਹ ਮੰਗ ਕਰ ਰਹੇ ਹਨ ਕਿ ਕੈਨੇਡਾ ਸਰਕਾਰ ਨੂੰ ਇਸ ਦੇ ਉੱਪਰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਤੇ ਫੁਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਰਾਹਤ ਦੇਣੀ ਚਾਹੀਦੀ ਹੈ। ओंटारियो ਦੇ ਇੱਕ ਖੇਤਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਰਾਤ ਸਮੇਂ ਗੋਲੀਆਂ ਚੱਲੀਆਂ। ਗੋਲੀਆਂ ਚੱਲਣ ਦੇ ਕਾਰਨ ਜਿਸ ਵਿਅਕਤੀ ਨੂੰ ਗੋਲੀਆਂ ਲੱਗੀਆਂ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਗੋਲੀ ਲੱਗਣ ਦੇ ਕਾਰਨ ਵਿਅਕਤੀ ਜ਼ਖਮੀ ਹੋਇਆ, ਉਸ ਨੂੰ ਟਰਾਮਾ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਓਂਟਾਰੀਓ ਦੇ ਇੱਕ ਖੇਤਰ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਦੁਹਰਮ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ 4:30 ਦੇ ਕਰੀਬ ਕਿੰਗਸਟਨ ਅਤੇ ਵੈਸਟਨੇ ਰੋਡਸ ਦੇ ਨੇੜੇ ਗੋਲੀਬਾਰੀ ਹੋਈ ਹੈ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਉਮਰ 33 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਸੀ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਵਿਅਕਤੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਹੋਮਿਸਾਈਡ ਇਨਵੈਸਟੀਗੇਟਰਸ ਦੇ ਵੱਲੋਂ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਕਾਂਸਟੇਬਲ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਨਾਲ ਜੁੜੇ ਹੋਏ ਸਸਪੈਕਟ ਦੀ ਅਜੇ ਉਹਨਾਂ ਦੇ ਕੋਲ ਡਿਸਕ੍ਰਿਪਸ਼ਨ ਨਹੀਂ ਹੈ। ਇਸ ਬਾਰੇ ਦੋਹਰਮ ਰੀਜਨਲ ਪੁਲਿਸ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੋਹਰਮ ਪੁਲਿਸ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਿਊ ਬਰਨਸਵਿਕ ਦੇ ਵੱਲੋਂ ਕਿਹਾ ਗਿਆ ਕਿ ਕਰਮਚਾਰੀਆਂ ਦੇ ਵਾਸਤੇ ਹੈਲਥ ਕੇਅਰ ਵਰਕਰਸ ਦੇ ਵਾਸਤੇ ਕੋਵਿਡ-19 ਵੈਕਸੀਨ ਲਾਜ਼ਮੀ ਹੈ। ਇਸ ਦੇ ਵਾਸਤੇ ਇੱਕ ਡੈਡਲਾਈਨ ਤੈਅ ਕੀਤੀ ਗਈ, ਜਿਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰ ਲਏ ਜਾਣ। ਪਰ ਨਿਊ ਬਰਨਸਵਿਕ ਦੇ ਵਿੱਚ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਹ ਚੀਜ਼ ਮਨਜ਼ੂਰ ਨਹੀਂ। ਇੱਕ ਐਡਵੋਕੇਸੀ ਗਰੁੱਪ ਵੱਲੋਂ ਇਸ ਦੇ ਖਿਲਾਫ ਕੋਰਟ ਦੇ ਵਿੱਚ ਫਾਈਲਿੰਗ ਕੀਤੀ ਗਈ ਹੈ, ਜਿਸ ਦੇ ਵਿੱਚ ਇਸ ਨੂੰ ਜਾਣੀ ਕਿ ਵੈਕਸੀਨੇਸ਼ਨ ਨੀਤੀ ਨੂੰ ਅਨਕਨਸਟੀਟਿਊਸ਼ਨਲ ਦੱਸਿਆ ਗਿਆ। ਨਿਊ ਬਰਨਸਵਿਕ ਦੇ ਵਿੱਚ ਸਿਵਲ ਸਰਵੈਂਟਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ। ਇਸ ਤੋਂ ਬਾਅਦ ਇੱਕ ਐਡਵੋਕੇਸੀ ਗਰੁੱਪ ਵੱਲੋਂ ਇਸ ਦੇ ਖਿਲਾਫ ਲੀਗਲ ਐਕਸ਼ਨ ਲਿਆ ਗਿਆ ਹੈ। ਇਸ ਗਰੁੱਪ ਦੇ ਵੱਲੋਂ 4 ਗਵਰਨਮੈਂਟ EMPLOYEES ਦੇ ਬਿਹਾਫ ਦੇ ਉੱਪਰ ਕੋਰਟ ਦੇ ਵਿੱਚ ਫਾਈਲਿੰਗ ਕੀਤੀ। ਦੱਸ ਦਈਏ ਕਿ ਨਿਊ ਬਰਨਸਵਿਕ ਦੇ ਵਿੱਚ ਗਵਰਨਮੈਂਟ EMPLOYEES ਦੇ ਵਾਸਤੇ ਜ਼ਰੂਰੀ ਹੈ ਕਿ ਉਹ ਨਵੰਬਰ 19 ਤੋਂ ਪਹਿਲਾਂ ਕੋਵਿਡ-19 ਵੈਕਸੀਨ ਹਾਸਲ ਕਰ ਲੈਣ। ਇਹ ਵੈਕਸੀਨੇਸ਼ਨ ਦੀ ਨੀਤੀ ਹੈਲਥ ਕੇਅਰ ਵਰਕਰਸ, ਲੌਂਗ ਟਰਮ ਕੇਅਰ ਅਤੇ ਐਜੂਕੇਸ਼ਨ ਦੇ ਉੱਪਰ ਵੀ ਲਾਗੂ ਹੁੰਦੀ ਹੈ। ਹੁਣ ਗਵਰਨਮੈਂਟ EMPLOYEES ਅਤੇ ਹੈਲਥ ਕੇਅਰ ਵਰਕਰਸ ਦੇ ਲਈ ਜ਼ਰੂਰੀ ਹੈ ਕਿ ਉਹ ਪ੍ਰੂਫ ਆਫ ਵੈਕਸੀਨੇਸ਼ਨ ਦੇ ਜਾਂ ਫਿਰ ਉਹਨਾਂ ਨੂੰ ਅਨਪੇਡ ਲੀਵ ਦਾ ਸਾਹਮਣਾ ਕਰਨਾ ਪਵੇਗਾ। ਹੁਣ ਵੈਕਸੀਨੇਸ਼ਨ ਦੀ ਇਸ ਨੀਤੀ ਦੇ ਖਿਲਾਫ ਐਡਵੋਕੇਸੀ ਗਰੁੱਪ ਨਜ਼ਰ ਆ ਰਿਹਾ, ਜਿਨ੍ਹਾਂ ਵੱਲੋਂ ਇਸ ਨੂੰ ਅਨਕਨਸਟੀਟਿਊਸ਼ਨਲ ਦੱਸਿਆ ਗਿਆ। ਜਿਨ੍ਹਾਂ 4 ਐਪਲੀਕੈਂਟਸ ਦੇ ਵੱਲੋਂ ਇਹ ਫਾਈਲਿੰਗ ਕਰਵਾਈ ਗਈ, ਉਹਨਾਂ ਵਿੱਚ 2 ਅਧਿਆਪਕ ਅਤੇ 2 ਹੌਰੀਜ਼ੌਂਟਲ ਹੈਲਥ EMPLOYEES ਸ਼ਾਮਲ ਹਨ। ਐਪਲੀਕੈਂਟਸ ਦੇ ਵੱਲੋਂ ਕਲੇਮ ਕੀਤਾ ਗਿਆ ਕਿ ਵੈਕਸੀਨੇਸ਼ਨ ਦੀ ਇਹ ਨੀਤੀ ਉਹਨਾਂ ਦੇ ਲਿਬਰਟੀ, ਸਿਕਿਉਰਿਟੀ ਆਫ ਪਰਸਨ, ਪਰਸਨਲ ਹੈਲਥ ਚੁਆਇਸਿਸ ਇਸ ਤਰ੍ਹਾਂ ਦੇ ਰਾਈਟਸ ਦਾ ਉਲੰਘਣ ਕਰਦੀ ਹੈ। ਫਿਲਹਾਲ ਇਸ ਮਾਮਲੇ ਸੰਬੰਧੀ ਕੋਰਟ ਦੇ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਦੱਸ ਦਈਏ ਕਿ ਕੈਨੇਡਾ ਦੇ ਕਈ ਪ੍ਰੋਵਿੰਸਸ ਅਜਿਹੇ ਹਨ ਜਿੱਥੇ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਗਿਆ। ਕਈ ਆਰਗੇਨਾਈਜੇਸ਼ਨਸ ਦੇ ਵੱਲੋਂ ਟੀਕੇ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਵਾਲਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਪਰ ਦੂਜੇ ਪਾਸੇ ਕਈ ਜਾਣੇ ਇਸ ਦੇ ਖਿਲਾਫ ਵੀ ਨਜ਼ਰ ਆ ਰਹੇ ਨੇ। ਪਰ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਹੁਣ ਜ਼ਿਆਦਾਤਰ ਕਰਮਚਾਰੀਆਂ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਜਾ ਚੁੱਕੀ ਹੈ। ਵੈਟੀਕਨ ਸਿਟੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਪੌਪ ਕੈਨੇਡਾ ਦੇ ਵਿੱਚ ਆਉਣਗੇ। ਹੋ ਸਕਦਾ ਹੈ ਕਿ ਉਹਨਾਂ ਵੱਲੋਂ ਮੁਆਫੀ ਵੀ ਮੰਗੀ ਜਾਏ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਪਤਾ ਚੱਲ ਰਿਹਾ ਹੈ ਕਿ ਇੰਡੀਜੀਅਸ ਡੈਲੀਗੇਟਸ ਦੇ ਵੱਲੋਂ ਪੌਪ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ, ਜਿਸ ਦੇ ਬਾਰੇ ਇੱਕ ਨਿਊਜ਼ ਰਿਲੀਜ਼ ਰਾਹੀਂ ਜਾਣਕਾਰੀ ਦੱਸੀ ਗਈ ਹੈ। ਦਸੰਬਰ ਮਹੀਨੇ ਵੈਟੀਕਨ ਸਿਟੀ ਦੇ ਵਿੱਚ ਇੰਡੀਜੀਅਸ ਡੈਲੀਗੇਟਸ ਦੀ ਪੌਪ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਬਾਰੇ ਦ ਕੈਥੋਲਿਕ ਬਿਸ਼ਪਸ ਆਫ ਕੈਨੇਡਾ ਵੱਲੋਂ ਦੱਸਿਆ ਗਿਆ ਕਿ 25 ਤੋਂ 30 ਇੰਡੀਜੀਅਸ ਲੋਕਾਂ ਦੀ ਪੌਪ ਦੇ ਨਾਲ ਵੈਟੀਕਨ ਦੇ ਵਿੱਚ ਦਸੰਬਰ ਮਹੀਨੇ ਮੁਲਾਕਾਤ ਹੋਵੇਗੀ। ਇਨ੍ਹਾਂ ਡੈਲੀਗੇਟਸ ਦੇ ਵਿੱਚ ਐਲਡਰਸ, ਨੌਲੇਜ ਕੀਪਰਸ, ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਅਤੇ ਯੂਥ ਸ਼ਾਮਿਲ ਹੋਣਗੇ। ਇਸ ਬਾਰੇ ਬਿਸ਼ਪਸ ਦੇ ਵੱਲੋਂ ਇੱਕ ਨਿਊਜ਼ ਰਿਲੀਜ਼ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੈਲੀਗੇਟਸ ਦੇ ਵੱਲੋਂ ਪ੍ਰਾਈਵੇਟ ਮੀਟਿੰਗ ਦੇ ਵਿੱਚ ਪੌਪ ਦੇ ਨਾਲ ਹਿੱਸਾ ਲਿਆ ਜਾਏਗਾ। ਇਸ ਦੇ ਨਾਲ ਹੀ ਇੰਡੀਜੀਅਸ ਡੈਲੀਗੇਟਸ ਜੋ ਪੌਪ ਦੀ ਕੈਨੇਡਾ ਦੇ ਵਿੱਚ ਵਿਜ਼ਿਟ ਹੈ, ਉਸ ਦੀਆਂ ਐਕਸਪੈਕਟੇਸ਼ਨਸ ਦੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਦੱਸ ਦਈਏ ਕਿ ਪਿਛਲੇ ਮਹੀਨੇ ਜਾਣਕਾਰੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਵੈਟੀਕਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਪੌਪ ਕੈਨੇਡਾ ਦੇ ਵਿੱਚ ਆਉਣਗੇ ਤੇ ਇੱਥੇ ਉਹਨਾਂ ਵੱਲੋਂ ਇੰਡੀਜੀਅਸ ਲੀਡਰਸ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਹੋ ਸਕਦਾ ਹੈ ਕਿ ਉਹਨਾਂ ਵੱਲੋਂ ਮੁਆਫੀ ਵੀ ਮੰਗੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਕਿਹਾ ਗਿਆ ਕਿ ਪੌਪ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਮੁਆਫੀ ਮੰਗਣੀ ਚਾਹੀਦੀ ਹੈ। ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਵਧਦੇ ਹੋਏ ਦਿਖਾਈ ਦਿੱਤੇ, ਪਰ ਦੂਜੇ ਪਾਸੇ ਹੈਲਥ ਆਫੀਸ਼ੀਅਲਸ ਨੇ ਕਿਹਾ ਕਿ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਹਾਂ, ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਚਾਹੇ ਕਰੋਨਾ ਵਾਇਰਸ ਦੇ ਮਾਮਲੇ ਕੈਨੇਡਾ ਦੇ ਵਿੱਚ ਵੱਧ ਦਰਜ ਕੀਤੇ ਜਾ ਰਹੇ ਨੇ, ਪਰ ਦੂਜੇ ਪਾਸੇ ਹਸਪਤਾਲ ਦੇ ਵਿੱਚ ਅਤੇ ICU ਦੇ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਇਸ ਬਾਰੇ ਡਾਕਟਰ ਟੀਮ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਹਾਲਾਤ ਸੁਧਰ ਰਹੇ ਨੇ, ਕਿਉਂਕਿ ਹਸਪਤਾਲ ਦੇ ਵਿੱਚ ਜੋ ਮਰੀਜ਼ ਸਨ ਉਹਨਾਂ ਦੀ ਗਿਣਤੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ, ਪਰ ਇਸ ਦੇ ਉੱਪਰ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਦੌਰਾਨ ਵੀ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਇਸ ਸਮੇਂ ਕੈਨੇਡਾ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਬੁੱਧਵਾਰ ਨੂੰ 2576 ਕਰੋਨਾ ਦੇ ਮਾਮਲੇ ਅਤੇ 33 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ ਸਨ। ਪਹਿਲਾਂ ਦੇ ਮੁਕਾਬਲੇ ਇਹ ਵਾਧਾ 7% ਦਾ ਸੀ। ਇਸ ਦੀ ਜਾਣਕਾਰੀ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਦਿੱਤੀ ਗਈ ਹੈ। ਡਾਕਟਰ ਟੇਮ ਦਾ ਕਹਿਣਾ ਹੈ ਕਿ ਚਾਹੇ ਕੇਸਿਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ, ਪਰ ਦੂਜੇ ਪਾਸੇ ਹਸਪਤਾਲ ਅਤੇ ICU ਦੇ ਵਿੱਚ ਅਜੇ ਵੀ ਨੰਬਰ ਹੇਠਾਂ ਜਾ ਰਹੇ ਨੇ, ਜਿਸ ਦਾ ਮਤਲਬ ਹੈ ਕਿ ਹਸਪਤਾਲ ਦੇ ਵਿੱਚ ਜੋ ਮਰੀਜ਼ ਭਰਤੀ ਨੇ ਉਹਨਾਂ ਦੀ ਗਿਣਤੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਓਨਟਾਰੀਓ ਵੱਲੋਂ ਆਪਣੀ ਰੀਓਪਨਿੰਗ ਪਲਾਨ ਦੇ ਸਟੈਪ ਦੇ ਉੱਪਰ ਕੁਝ ਸਮੇਂ ਦੇ ਲਈ ਪੌਜ਼ ਲਗਾ ਦਿੱਤੀ ਗਈ ਹੈ।
ਕਿਉਂਕਿ ਪ੍ਰੋਵਿੰਸ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵੱਧ ਹੋਣ ਲੱਗੇ ਨੇ। ਇਸ ਦੌਰਾਨ ਓਨਟਾਰੀਓ ਵੱਲੋਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਉੱਪਰ 28 ਦਿਨਾਂ ਦੀ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾ ਲਈ ਗਈ ਹੈ। ਇਸ ਦੇ ਕਾਰਨ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਆਬਾਦੀ ਨੂੰ ਕੋਵਿਡ-19 ਟੀਕਾ ਲੱਗ ਚੁੱਕਿਆ ਹੈ। ਉਧਰ ਦੂਜੇ ਪਾਸੇ ਪ੍ਰੋਵਿੰਸਸ ਦੇ ਵੱਲੋਂ ਬੂਸਟਰ ਸ਼ਾਟ ਦੇ ਬਾਰੇ ਵੀ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਮੈਨੀਟੋਬਾ ਵੱਲੋਂ ਵੀ ਕਹਿ ਦਿੱਤਾ ਗਿਆ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਮੈਨੀਟੋਬਾ ਵਾਸੀ ਬੂਸਟਰ ਸ਼ਾਟ ਦੇ ਵਾਸਤੇ ਐਲੀਜੀਬਲ ਹਨ। ਕੈਨੇਡਾ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਪਰ ਕੈਨੇਡੀਅਨਸ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕਰ ਲਈ ਗਈ ਹੈ। ਜਾਣਕਾਰੀ ਦੇ ਮੁਤਾਬਕ 85% ਤੋਂ ਵੱਧ ਕੈਨੇਡੀਅਨਸ ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। ਦੂਜੇ ਪਾਸੇ ਪ੍ਰੋਵਿੰਸਸ ਤੋਂ ਵੀ ਲਗਾਤਾਰ ਵੈਕਸੀਨ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਫੀਸਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਹਾਸਲ ਕੀਤਾ ਤੇ ਕਿੰਨਿਆਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲਏ ਗਏ ਨੇ, ਜੋ ਕਿ ਅਸੀਂ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕਰ ਲਈ ਗਈ ਹੈ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ 99.51% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਤੇ 85.40% ਉਹ ਲੋਕ ਨੇ ਜਿਹੜੇ ਇਸ ਸਮੇਂ ਕੈਨੇਡਾ ਦੇ ਵਿੱਚ ਫੁੱਲੀ ਵੈਕਸੀਨੇਟਡ ਹਨ। ਪ੍ਰੋਵਿੰਸਸ ਤੋਂ ਆਈ ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 91.17%, ਐਲਬਰਟਾ ਦੇ ਵਿੱਚ 86.96%, ਸਸਕੈਚੁਆਨ ਦੇ ਵਿੱਚ 88.24%, ਮੈਨੀਟੋਬਾ ਦੇ ਵਿੱਚ 99.65%, ਓਨਟਾਰੀਓ ਵਿੱਚ 88.90%, ਕਿਬੈਕ ਦੇ ਵਿੱਚ 99.57%, ਨਿਊ ਬਰਨਸਵਿਕ ਦੇ ਵਿੱਚ 92.98%, ਨੋਵਾ ਸਕੋਸ਼ੀਆ ਦੇ ਵਿੱਚ 93.3%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 96.26%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 96.53%, ਯੂਕਾਨ ਦੇ ਵਿੱਚ 93.86%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 98.43%, ਨੁਨਾਵਤ ਦੇ ਵਿੱਚ 99.81% ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾਈ। ਦੂਜੇ ਪਾਸੇ ਪ੍ਰੋਵਿੰਸਸ ਦੇ ਵਿੱਚ ਵੱਡੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 86.97%, ਐਲਬਰਟਾ ਦੇ ਵਿੱਚ 80.86%, ਸਸਕੈਚੁਆਨ ਦੇ ਵਿੱਚ 81.66%, ਮੈਨੀਟੋਬਾ ਦੇ ਵਿੱਚ 86.24%, ਓਨਟਾਰੀਓ ਵਿੱਚ 85.57%, ਕਿਬੈਕ ਦੇ ਵਿੱਚ 85.96%, ਨਿਊ ਬਰਨਸਵਿਕ ਦੇ ਵਿੱਚ 86.16%, ਨੋਵਾ ਸਕੋਸ਼ੀਆ ਦੇ ਵਿੱਚ 88.18%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 91.20%, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 90.16%, ਯੂਕਾਨ ਦੇ ਵਿੱਚ 90.54%, ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 93.64% ਤੇ ਨੁਨਾਵਤ ਦੇ ਵਿੱਚ 78.97% ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰ ਲਏ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਸੂਬਿਆਂ ਤੋਂ ਕਿੰਨੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਦਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ ਅੱਜ ਇੱਕ ਵਾਰ ਫਿਰ ਤੋਂ 500 ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 24 ਘੰਟਿਆਂ ਦੌਰਾਨ 642 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਇਸ ਮਹੀਨੇ ਦਾ ਸਭ ਤੋਂ ਵੱਡਾ ਅੰਕੜਾ ਨਜ਼ਰ ਆ ਰਿਹਾ ਹੈ। ਹੁਣ ਤੱਕ ਓਨਟਾਰੀਓ ਦੇ ਵਿੱਚ ਕੁੱਲ 6,05,248 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹੜੇ 24 ਘੰਟੇ ਦੌਰਾਨ ਮਾਮਲੇ ਦਰਜ ਕੀਤੇ ਗਏ, ਇਹਨਾਂ ਵਿੱਚ 334 ਅਨਵੈਕਸੀਨੇਟਡ, 18 ਪਾਰਸ਼ਲੀ ਵੈਕਸੀਨੇਟਡ ਅਤੇ 245 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਹੀ ਟੋਰਾਂਟੋ ਤੋਂ 74, ਯਾਰਕ ਰੀਜਨ ਤੋਂ 62, ਪੀਲ ਰੀਜਨ ਤੋਂ 61, ਵਿੰਡਸਰ ਐਸੈਕਸ ਤੋਂ 48, ਆਟਵਾ ਤੋਂ 39 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ 4 ਲੋਕਾਂ ਨੇ ਇਸ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,916 ਦੇ ਉੱਪਰ ਪਹੁੰਚ ਗਿਆ। ਓਨਟਾਰੀਓ ਦੇ ਵਿੱਚ ਵੈਕਸੀਨੇਸ਼ਨ ਰੇਟ ਦੇ ਮੁਤਾਬਕ 85.3% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਗਏ, ਜਦਕਿ 88.6% ਦੀ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਇੱਕ ਟੀਕਾ ਲਗਵਾਇਆ। ਓਨਟਾਰੀਓ ਦੇ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 5,91,063 ਹੈ, ਜਦਕਿ ਐਕਟਿਵ ਕੇਸਿਸ ਦੀ ਗਿਣਤੀ 4,269 ਹੈ। ਕਿਬੈਕ ਤੋਂ 24 ਘੰਟਿਆਂ ਦੌਰਾਨ 663 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਦੇ ਮੁਕਾਬਲੇ ਕਿਬੈਕ ਦੇ ਵਿੱਚ ਵੀ ਕੋਰੋਨਾ ਮਾਮਲਿਆਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ ਪ੍ਰੋਵਿੰਸ ਤੋਂ ਕੁੱਲ 4,32,275 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਤੇ ਰਿਕਵਰਡ ਕੇਸਿਸ ਦਾ ਅੰਕੜਾ 4,15,199 ਹੈ ਤੇ ਐਕਟਿਵ ਕੇਸਿਸ ਦੀ ਗਿਣਤੀ ਸੂਬੇ ਦੇ ਵਿੱਚ 5,543 ਹੈ। ਦੱਸ ਦਈਏ ਕਿ ਪ੍ਰੋਵਿੰਸ ਦੇ ਵਿੱਚ ਹੁਣ ਤੱਕ ਜੋ 24 ਘੰਟਿਆਂ ਦੌਰਾਨ ਮੌਤਾਂ ਹੋਈਆਂ, ਉਸ ਤੋਂ ਬਾਅਦ ਮੌਤਾਂ ਦਾ ਅੰਕੜਾ 11,500
33 ਦੇ ਉੱਪਰ ਪਹੁੰਚ ਗਿਆ ਹੈ। ਸੂਬੇ ਦੇ ਵਿੱਚ 90% ਤੋਂ ਵੱਧ ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਹਾਸਲ ਕੀਤਾ ਤੇ 88.3% ਅਜਿਹੇ ਲੋਕ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਵਾਈ। ਕੈਨੇਡਾ ਤੋਂ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,254 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 24,237 ਹੈ ਤੇ 23,692 ਮਾਈਲਡ ਕੰਡੀਸ਼ਨ ਦੇ ਵਿੱਚ ਨੇ, ਜਦਕਿ ਸੀਰੀਅਸ ਕੰਡੀਸ਼ਨ ਦੇ ਵਿੱਚ 545 ਮਰੀਜ਼ ਹਨ। ਇੱਥੇ ਰਿਕਵਰਡ ਕੇਸਿਸ ਦਾ ਅੰਕੜਾ 1.6 ਮਿਲੀਅਨ ਤੋਂ ਵੱਧ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਦੇ ਉੱਪਰ। ਟਰੂਡੋ ਅੱਜ ਦੇ ਸਮਾਗਮ ਦੇ ਵਿੱਚ ਪਹੁੰਚੇ ਲੇਟ, ਸਮਾਗਮ ਵਾਲੀ ਥਾਂ ਦੇ ਉੱਪਰ ਮਿਲਿਆ ਸ਼ੱਕੀ ਪੈਕੇਜ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੁਨੇਹਾ ਵੈਟਰਨਸ ਡੇ ਦੇ ਮੌਕੇ ਦੇ ਉੱਪਰ ਪੇਸ਼ ਕੀਤੇ ਵਿਚਾਰ। ਵੈਟਰਨਸ ਡੇ ਦੇ ਮੌਕੇ ਦੇ ਉੱਪਰ ਰੱਖਿਆ ਮੰਤਰੀ ਦਾ ਸੁਨੇਹਾ ਅਨੀਤਾ ਆਨੰਦ ਨੇ ਸਾਂਝੇ ਕੀਤੇ ਵਿਚਾਰ। ਵੈਟਰਨਸ ਡੇ ਦੇ ਮੌਕੇ ਦੇ ਉੱਪਰ ਓਟੂਲ ਦਾ ਸੁਨੇਹਾ ਵੈਟਰਨਸ ਨੂੰ ਕੀਤਾ ਯਾਦ। ਪੰਜਾਬੀ ਨੂੰ ਕੀਤਾ ਗਿਆ ਚਾਰਜ, ਨਸ਼ਾ ਕਰਕੇ ਚਲਾ ਰਿਹਾ ਸੀ ਗੱਡੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਂ ਰਿੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।